ਹਰੇਕ ਬੱਚੇ ਦਾ ਆਪਣਾ ਇੱਕ ਏਮ ਹੁੰਦਾ ਹੈ। ਹਰੇਕ ਬੱਚੇ ਨੇ ਛੋਟੀ ਉਮਰ 'ਚ ਹੀ ਸੋਚ ਲਿਆ ਹੁੰਦਾ ਕਿ ਮੈਂ ਵੱਡਾ ਹੋ ਕੇ ਇਹ ਬਣਨਾ ਹੈ। ਤੇ ਸਭ ਤੋਂ ਪਹਿਲਾਂ ਸ਼ਾਇਨਾ, ਤੈਨੇ ਵੀ ਸੋਚਿਆ ਵੀ ਕਿ ਤੈਨੇ ਵੱਡਾ ਹੋ ਕੇ ਕੀ ਬਣਨਾ ਹੈ? हाँ, मैंने भी सोचा है। मैंने सोचा है कि मैनू भी बड़ा होके बहुत अच्छा ऑफिसर बनना चाहिए कि साडी भी कोई टौर होवे, सानू भी कोई कार मिले ते असी समाज ਲਈ कुछ काम कर सकीए। ਇਸ ਲਈ ਤਾਂ ਸਾਨੂੰ ਪੜ੍ਹਾਈ ਵੀ ਅੱਛੀ ਕਰਨੀ ਚਾਹੀਦੀ ਹੈ, ਸਾਨੂੰ ਅੱਛੀ ਨੌਲੇਜ ਵੀ ਹੋਣੀ ਚਾਹੀਦੀ ਹੈ। ਤਾਂ ਲੋ, ਇਸ ਵਾਸਤੇ ਅਸੀਂ ਮਿਲਦੇ ਹਾਂ ਰਾਖੀ ਗੁਪਤਾ ਭੰਡਾਰੀ ਜੀ ਦੇ ਨਾਲ, ਜਿਹੜੇ ਖੁਦ ਆਈਐਸ ਆਫੀਸਰ ਹਨ, ਤੇ ਪੁੱਛਦੇ ਹਾਂ ਉਹਨਾਂ ਤੋਂ ਕਿ ਸਾਨੂੰ ਆਈਐਸ ਆਫੀਸਰ ਬਣਨ ਵਾਸਤੇ ਕੀ ਕੁਝ ਕਰਨਾ ਚਾਹੀਦਾ ਹੈ। मेरे यानी शाइना दा नमस्कार। ਤੇ ਮੇਰਾ ਯਾਨੀ ਵਿਸ਼ਾਲ ਵੱਲੋਂ ਵੀ ਨਮਸਕਾਰ। ਨਮਸਕਾਰ। मैम ਤੁਹਾਡਾ ਬਚਪਨ ਜਿਹੜਾ ਹੈ ਉਹ ਕਿੱਥੇ ਬੀਤਿਆ? ਮੇਰਾ ਜਨਮ ਲਖਨਊ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਸੀਗਾ ਔਰ ਲੋਰੇਟੋ ਕਨਵੈਂਟ ਲਖਨਊ ਤੋਂ ਮੈਂ ਸ਼ੁਰੂ ਦੀ ਆਪਣੀ ਪੜ੍ਹਾਈ ਕੀਤੀ। ਸੋਫੀਆ ਗਰਲਜ਼ ਮੇਰਠ ਦੇ ਵਿੱਚ ਵੀ ਕੀਤੀ ਔਰ ਕਨਵੈਂਟ ਆਫ ਜੀਸਸ ਐਂਡ ਮੈਰੀ ਵੇਵਲੀ ਮਸੂਰੀ ਦੇ ਵਿੱਚ ਵੀ ਕੀਤੀ। ਤੇ ਬਹੁਤ ਚੰਗੇ ਸਕੂਲਾਂ ਤੇ ਮੇਰੀ ਪੜ੍ਹਾਈ ਹੋਈ ਔਰ ਮੇਰੇ ਫਾਦਰ ਵੀ ਗਵਰਨਮੈਂਟ ਸਰਵਿਸ ਦੇ ਵਿੱਚ ਹੀ ਸੀਗੇ, ਉਹ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਸੀਗੇ। ਔਰ ਮਨ ਦੇ ਵਿੱਚ ਹਮੇਸ਼ਾ ਇੱਕ ਖੁਆਇਸ਼ ਸੀਗੀ ਕਿ ਮੈਂ ਭਾਰਤ ਦੀ ਸਭ ਤੋਂ ਉਮਦਾ ਨੌਕਰੀ ਦੇ ਵਿੱਚ ਆਵਾਂ ਔਰ ਹਮੇਸ਼ਾ ਮੈਂ ਆਪਣੇ ਫਾਦਰ ਨੂੰ ਇਹੀ ਪੁੱਛਦੀ ਸੀਗੀ ਕਿ ਸਭ ਤੋਂ ਵਧੀਆ ਨੌਕਰੀ ਕਿਹੜੀ ਹੈਗੀ, ਜਿਸ ਦਾ ਜਵਾਬ ਮੈਨੂੰ ਹਮੇਸ਼ਾ ਆਈਐਸ ਹੀ ਮਿਲਦਾ ਸੀਗਾ। ਤਾਂ ਮੇਰੀ ਇੱਕ ਹੀ ਖੁਆਇਸ਼ ਸੀਗੀ ਬਚਪਨ ਤੋਂ ਕਿ ਮੈਂ ਇਸ ਨੌਕਰੀ ਦੇ ਵਿੱਚ ਜ਼ਰੂਰ ਆਵਾਂ ਜਿਸ ਦੇ ਨਾਲ ਮੇਰੇ ਪੇਰੈਂਟਸ ਦਾ ਨਾਮ, ਮੇਰੇ ਫਾਦਰ ਦਾ ਨਾਮ ਮੈਂ ਰੋਸ਼ਨ ਕਰ ਸਕਾਂ। ਮੈਮ, ਇਸ ਦਾ ਮਤਲਬ ਤੁਸੀਂ ਬਚਪਨ ਵਿੱਚ ਹੀ ਸੋਚ ਲਿਆ ਸੀ ਕਿ ਮੈਨੇ ਆਈਐਸ ਆਫੀਸਰ ਬਣਨਾ ਹੈ? मैंने बचपन ਦੇ ਵਿੱਚ ਸੋਚ ਹੀ ਨਹੀਂ, ਇੱਕ ਦ੍ਰਿੜ ਸੰਕਲਪ ਵੀ ਕਰ ਲਿਆ ਸੀਗਾ ਕਿ ਮੈਂ ਆਈਐਸ ਦੇ ਵਿੱਚ ਹੀ ਆਣਾ ਹੈ। ਔਰ ਇਸ ਦੀ ਇੱਕ ਮਿਸਾਲ ਮੇਰੇ ਪਾਪਾ ਮੈਨੂੰ ਸੁਣਾਉਂਦੇ ਹੁੰਦੇ ਆ ਕਿ ਬਚਪਨ ਦੇ ਵਿੱਚ ਕਿਸੇ ਨੇ ਉਹਨਾਂ ਨੂੰ ਮੈਨੂੰ ਪੁੱਛਾ ਕਿ ਬੇਟਾ ਮੇਲਾ ਲੱਗਿਆ ਹੋਇਆ ਹੈ, ਤੁਸੀਂ ਕਿਹੜੇ ਝੂਲੇ ਦੇ ਵਿੱਚ ਬੈਠਣਾ ਹੈਗਾ? ਤੇ ਮੈਨੂੰ ਪਤਾ ਨਹੀਂ ਸੀਗਾ, ਮੈਂ ਬਹੁਤ ਛੋਟੀ ਸੀਗੀ, ਤਾਂ ਮੈਂ ਕਿਹਾ ਮੈਂ ਆਈਐਸ ਦੇ ਵਿੱਚ ਬੈਠਣਾ ਹੈਗਾ। ਮੈਮ, ਜੇਕਰ ਤੁਸੀਂ ਅੱਜ ਆਈਐਸ ਅਫਸਰ ਨਾ ਹੁੰਦੇ ਤਾਂ ਤੁਸੀਂ ਕੀ ਹੁੰਦੇ? ਇਹ ਸਵਾਲ ਮੈਂ ਵੀ ਆਪਣੇ ਆਪ ਨੂੰ ਕਈ ਵਾਰ ਕਰਦੀ ਹਾਂ ਔਰ ਮੈਨੂੰ ਪਤਾ ਹੈਗਾ ਕਿਉਂਕਿ ਮੈਂ ਸਾਈਕੋਲੋਜੀ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਸੀਗੀ ਔਰ ਮੈਨੂੰ ਉਹ ਸਬਜੈਕਟ ਬਹੁਤ ਹੀ ਉਮਦਾ ਲੱਗਦਾ ਸੀਗਾ। ਤੇ ਸ਼ਾਇਦ ਮੈਂ ਅੱਜ ਸਾਈਕਾਇਟਰਿਸਟ ਹੁੰਦੀ ਔਰ ਕਿਸੇ ਕੰਟਰੀ में यूएसए या यूके ਦੇ ਵਿੱਚ ਸਾਈਕੋਲੋਜੀ ਜਾਂ ਸਾਈਕਾਇਟਰੀ ਪ੍ਰੈਕਟਿਸ ਕਰ ਰਹੀ ਹੁੰਦੀ। ਮੈਮ, ਕਹਿੰਦੇ ਹਨ ਕਿ ਪਹਿਲੇ ਜ਼ਮਾਨੇ ਵਿੱਚ ਟੀਚਰ ਬਹੁਤ ਸਖਤ ਹੁੰਦੇ ਸੀ, ਕੋਈ ਗੱਲ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਡੰਡਾ ਹੱਥ 'ਚ ਫੜਿਆ ਹੁੰਦਾ ਸੀ ਕਿ ਤੁਸੀਂ ਗਲਤ ਆਂਸੇ ਤਾਂ ਡੰਡਾ ਪੈਣਾ। ਕਿ ਤੁਹਾਨੂੰ ਵੀ ਕਦੀ ਕਿਸੇ ਗੱਲ ਪਿੱਛੇ ਟੀਚਰਸ ਤੋਂ ਡਾਂਟ ਖਾਣੀ ਪਈ ਜਾਂ ਮਾਰ ਵੀ ਪਈ? ਟੀਚਰਸ ਤੋਂ ਡਾਂਟ ਜ਼ਰੂਰ ਪੜਦੀ ਸੀਗੀ ਔਰ ਕਿਉਂਕਿ ਮੈਂ ਥੋੜੀ ਸ਼ਰਾਰਤੀ ਸੀਗੀ ਕਲਾਸ ਦੇ ਵਿੱਚ ਔਰ ਹਮੇਸ਼ਾ ਮੇਰਾ ਦਿਮਾਗ ਚੱਲਦਾ ਰਹਿੰਦਾ ਸੀਗਾ ਕਿ ਹੁਣ ਹੋਰ ਕਿਹੜੀ ਨਵੀਂ ਸ਼ਰਾਰਤ ਕੀਤੀ ਜਾ ਸਕਦੀ ਹੈ। ਤੇ ਇਸ ਕਰਕੇ ਮੈਨੂੰ ਯਾਦ ਹੈ ਇੱਕ ਵਾਰ ਇੱਕ ਗੱਲਬਾਤ ਕਰ ਰਹੇ ਸੀਗੇ ਤੇ ਪ੍ਰਿੰਸੀਪਲ ਉਸੇ ਵੇਲੇ ਆ ਗਈ ਕਲਾਸ ਦੇ ਵਿੱਚ, ਬਹੁਤ ਰੌਲਾ ਪੈ ਰਿਹਾ ਸੀਗਾ। तो सब तो पहले क्योंकि मैं अगे बैठी सी, सब तो पहला थप्पड़ मैनू ही पड़ा सीगा ते उस दिन तो बाद हालांकि मैनू बड़ा दुख होया कि इस तरह की गल शायद चंगी नहीं सीगी ते मैं फिर शांत रहने की कोशिश की, लेकिन मेरे नेचर दे विच नहीं सीगा कि मैं बहुत शांत रह सका। तो काफ़ी शरारतां करती सीगी, लेकिन टीचर तो मार और डांट नहीं पड़ती सीगी क्योंकि क्लास में फर्स्ट भी आती सीगी। तो टीचर कहती सी जी नोटी तो बहुत है लेकिन पढ़ाई दे विच भी बहुत ਹੁੰਦਾ इसलिए ਅਸੀਂ ਕੁਝ ਕਰ ਨਹੀਂ ਸਕਦੇ। मैं आज ਤੁਸੀਂ आईएएस ऑफिसर हो ਤੇ ਥੋੜੀ ਦੇਰ ਪਹਿਲਾਂ ਸ਼ਾਇਨਾ ਨੇ ਵੀ ਕਿਹਾ ਸੀ ਕਿ ਮੈਂ ਵੀ ਵੱਡੀ ਹੋ ਕੇ ਆਈਐਐਸ ਆਫੀਸਰ ਬਣਨਾ ਚਾਹਨੀ ਆ ਤੇ ਇਦੀ ਤਰ੍ਹਾਂ ਹੋਰ ਵੀ ਜਨਾਂ ਨੇ ਸੋਚਿਆ ਹੋਵੇਗਾ ਕਿ ਮੈਂ ਵੱਡਾ ਹੋ ਕੇ ਆਈਐਐਸ ਆਫੀਸਰ ਬਣਾ। ਤਾਂ ਤੁਸੀਂ ਅੱਜ ਆਈਐਐਸ ਆਫੀਸਰ ਹੋ ਤੇ ਤੁਹਾਨੂੰ ਤੁਸੀਂ ਦੱਸੋ ਕਿ ਤੁਸੀਂ ਆਈਐਐਸ ਆਫੀਸਰ ਬਣਨ ਵਾਸਤੇ ਕੀ ਕੁਝ ਕੀਤਾ ਤੇ ਸਾਨੂੰ ਕੀ ਕੁਝ ਕਰਨਾ ਚਾਹੀਦਾ ਆਈਐਐਸ ਆਫੀਸਰ ਬਣਨ ਵਾਸਤੇ। ਸਭ ਤੋਂ ਪਹਿਲੀ ਗੱਲ ਇਹ ਹੈਗੀ ਕਿ ਅੱਜਕੱਲ ਜਿਹੜੇ ਬੱਚੇ ਨੇ ਉਹ ਹਰ ਚੀਜ਼ ਵੱਲ ਆਪਣਾ ਧਿਆਨ ਕੇਂਦਰਿਤ ਕਰਦੇ ਨੇ, ਇਹ ਕਿਸੇ ਵੀ ਪਾਸੇ ਸੋਚਦੇ ਨਹੀਂ ਕਿ ਅਸੀਂ ਕਰਨਾ ਕੀ ਚਾਹੁੰਦੇ ਨੇ। ਤੇ ਆਪਣੇ ਮਨ ਦੇ ਵਿੱਚ ਪਹਿਲਾਂ ਤਾਂ ਹਰ ਬੱਚੇ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਅਸੀਂ ਐਕਚੁਅਲ 'ਚ ਲਾਈਫ 'ਚ ਕਰਨਾ ਕੀ ਚਾਹੁੰਦੇ ਨੇ। ਜਦੋਂ ਤੁਹਾਡਾ ਏਮ, ਤੁਹਾਡਾ ਗੋਲ ਫਿਕਸ ਹੋ ਜਾਂਦਾ ਹੈ, ਉਸ ਤੋਂ ਬਾਅਦ ਤੁਹਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਕਿ ਕਿਸ ਤਰ੍ਹਾਂ ਆਪਾਂ ਇਸ ਗੋਲ ਨੂੰ ਆਪਾਂ ਪ੍ਰਾਪਤ ਕਰ ਸਕਦੇ ਨੇ। ਜਿਵੇਂ ਕਿ ਮੈਨੂੰ ਯਾਦ ਹੈ ਜਦੋਂ ਮੈਂ ਛੋਟੀ ਵੀ ਸੀਗੀ ਤੇ ਮੈਂ ਆਪਣੇ ਪਾਪਾ ਨੂੰ ਹੀ ਪੁੱਛਦੀ ਹੁੰਦੀ ਸੀਗੀ ਕਿ ਆਈਐਐਸ ਬਣਨ ਲਈ ਕੀ ਕੁਝ ਮੈਂ ਹੁਣ ਪੜ੍ਹਾਈ ਕਰਾਂ, ਕਿਉਂਕਿ ਮੈਂ ਬਹੁਤ ਛੋਟੀ ਸੀਗੀ ਉਦੋਂ ਤੇ ਪਤਾ ਵੀ ਨਹੀਂ ਹੁੰਦਾ ਸੀਗਾ ਕਿ ਸਿਲੇਬਸ ਕਿੱਦਾਂ ਹੁੰਦਾ ਹੈ, ਕੀ ਪੜ੍ਹਾਈ ਕਰਨੀ ਹੁੰਦੀ ਹੈ। ਤਾਂ ਮੈਨੂੰ ਯਾਦ ਹੈ ਉਹ ਇਹੀ ਕਹਿੰਦੇ ਸੀਗੇ ਕਿ ਬੇਟਾ ਆਪਣੇ ਕਲਾਸ ਦੇ ਵਿੱਚ ਫਰਸਟ ਆਓ, ਉਸ ਦੇ ਨਾਲ ਤੁਹਾਡੀ ਇੱਕ ਤਾਂ ਜਾਣਕਾਰੀ ਜਿਹੜੀ ਕਲਾਸ ਦੀ ਹੈਗੀ ਉਸ ਦੇ ਵਿੱਚ ਤੁਸੀਂ ਅਵਲ ਰਹੋਗੇ, ਔਰ ਦੂਜੀ ਗੱਲ ਇਹ ਕਿ ਅਖਬਾਰਾਂ ਦੀ ਜਾਣਕਾਰੀ ਤੁਸੀਂ ਆਪਣੀ बढ़ाओ। ਤੇ ਮੈਂ ਅਖਬਾਰ ਬਚਪਨ 'ਚ ਬਹੁਤ ਪੜ੍ਹਦੀ ਸੀਗੀ ਜਿਸ ਦੇ ਨਾਲ ਮੈਨੂੰ ਪੂਰੀ ਨੌਲੇਜ ਰਹਿੰਦੀ ਸੀਗੀ ਕਿ ਹਰ ਦੇਸ਼ ਦੇ ਵਿੱਚ ਜਾਂ ਆਪਣੀ ਸਟੇਟਸ ਦੇ ਵਿੱਚ ਕੀ ਕੁਝ ਹੋ ਰਿਹਾ ਹੈ। ਘੁੰਮਣ ਦਾ ਵੀ ਮੈਨੂੰ ਸ਼ੌਕ ਸੀਗਾ, ਤਾਂ ਜਦੋਂ ਵੀ ਅਸੀਂ ਹੌਲੀਡੇਜ਼ ਤੇ ਵੈਕੇਸ਼ਨਸ ਤੇ ਜਾਂਦੇ ਸੀਗੇ, ਜਿੱਥੇ ਵੀ ਜਾਂਦੇ ਸੀਗੇ ਉੱਥੇ ਮੈਂ ਜਾਣਨ ਦੀ ਕੋਸ਼ਿਸ਼ ਕਰਦੀ ਸੀਗੀ ਕਿ ਉਹਨਾਂ ਦਾ ਕਲਚਰ ਕੀ ਹੈ, ਕੀ ਖਾਂਦੇ ਨੇ ਉੱਥੇ, ਕੀ ਪਾਉਂਦੇ ਨੇ।
ਤੇ ਕਿਵੇਂ ਉਹਨਾਂ ਦੇ ਡਾਂਸ, ਉਹਨਾਂ ਦੇ ਰਿਚੁਅਲਸ ਕੀ ਹੈਗੇ ਨੇ, ਉਹਨਾਂ ਦੇ ਕਿੱਥੇ ਕਿੱਥੇ ਥਾਂ ਹੈਗੀਆਂ ਦੇਖਣ ਦੀ। ਤੇ ਉਸ ਦੇ ਨਾਲ ਮੈਨੂੰ ਲੱਗਦਾ ਮੇਰਾ ਨੌਲੇਜ ਕੰਟੈਂਟ ਕਾਫੀ ਵਧਿਆ ਸੀਗਾ ਜਦੋਂ ਵੀ ਮੈਂ ਛੋਟੀ ਵੀ ਸੀਗੀ। ਔਰ ਜਿੱਥੇ ਤੱਕ ਪੜ੍ਹਾਈ ਦਾ ਸਵਾਲ ਹੈ, ਮੈਨੂੰ ਯਾਦ ਹੈ ਜਦੋਂ ਐਗਜ਼ਾਮਸ ਬਹੁਤ ਨੇੜੇ ਵੀ ਸੀਗੇ ਔਰ ਜਦੋਂ ਵੀ ਮੇਰਾ ਕੋਈ ਐਗਜ਼ਾਮ ਹੁੰਦਾ ਸੀਗਾ ਤਾਂ ਮੈਂ ਕਦੀ ਵੀ ਉਨ ਬੱਚਿਆਂ ਦੇ ਵਿੱਚ ਨਹੀਂ ਸੀਗੀ ਜੋ ਪੂਰੇ ਟਾਈਮ ਟੇਬਲ ਤੇ ਬਹਿ ਕੇ ਪੜ੍ਹਦੇ ਹੀ ਰਹਿੰਦੇ ਆ, ਜਾਂ ਕਿਉਂਕਿ ਮੈਨੂੰ ਪਤਾ ਹੈ ਪੋਸੀਬਲ ਹੀ ਨਹੀਂ ਹੈ ਕਿ ਤੁਸੀਂ ਪੂਰੇ ਟਾਈਮ ਟੇਬਲ ਤੇ ਬੈਠੇ ਰਹੋ ਔਰ ਪੜ੍ਹਦੇ ਰਹੋ, ਤੁਹਾਡਾ ਦਿਮਾਗ ਇਧਰ ਉਧਰ ਵਿਚਰ ਜਾਂਦਾ ਹੈ। ਤਾਂ ਮੈਂ ਜਦੋਂ ਵੀ ਬੋਰ ਹੁੰਦੀ ਸੀਗੀ ਮੈਂ ਟੇਬਲ ਤੋਂ ਉੱਠ ਜਾਂਦੀ ਸੀਗੀ, ਜਾ ਕੇ ਭਾਵੇਂ ਫਿਰ ਟੀਵੀ ਦੇਖਦੀ ਸੀਗੀ, ਘੁੰਮ ਕੇ ਆਉਂਦੀ ਸੀਗੀ, ਖੇਲ ਕੇ ਆਉਂਦੀ ਸੀਗੀ, ਲੇਕਿਨ ਜਦੋਂ ਵੀ ਮੈਂ ਟੇਬਲ ਤੇ ਹੁੰਦੀ ਸੀਗੀ ਮੈਂ ਪੜ੍ਹਾਈ ਕਰਦੀ ਸੀਗੀ। ਤੇ ਮੈਨੂੰ ਯਾਦ ਹੈ ਈਵਨ ਆਈਐਸ ਲਈ ਮੈਂ ਸਿਰਫ ਸ਼ਾਇਦ 6 ਜਾਂ 8 ਘੰਟੇ ਡੇਲੀ ਪੜ੍ਹਾਈ ਕੀਤੀ ਹੈ। ਹਾਲਾਂਕਿ ਲੋਕੀ ਕਹਿੰਦੇ ਆ, ਸੁਣਦੇ ਆ ਅਸੀਂ ਕਿ 12 ਘੰਟੇ 14 ਘੰਟੇ ਔਰ 16 ਘੰਟੇ ਪੜ੍ਹਦੇ ਨੇ, ਲੇਕਿਨ ਮੈਨੂੰ ਨਹੀਂ ਲੱਗਾ ਮੈਂ ਕਦੀ ਵੀ ਘੱਟ ਸੋਈ ਜਾਂ ਘੱਟ ਖਾਇਆ। ਮੈਂ ਹਮੇਸ਼ਾ ਉਦਾਂ ਹੀ ਮੇਰੀ ਰੂਟੀਨ ਰਹੀ। ਲੇਕਿਨ ਹਾਂ ਇੱਕ ਗੱਲ ਸੀਗੀ ਕਿ ਜੋ 6 ਘੰਟੇ ਮੈਂ ਲਗਾਉਂਦੀ ਸੀਗੀ ਆਪਣੀ ਟੇਬਲ ਤੇ, ਉਹ ਬਹੁਤ ਫੋਕਸਡ ਅਟੈਂਸ਼ਨ ਨਾਲ ਹੁੰਦਾ ਸੀਗਾ ਔਰ ਮੈਂ ਪੂਰੀ ਕੋਸ਼ਿਸ਼ ਕਰਦੀ ਸੀਗੀ ਕਿ ਮੇਰਾ ਧਿਆਨ ਸਿਰਫ ਪੜ੍ਹਾਈ ਦੇ ਉੱਤੇ ਹੀ ਹੋਵੇ ਉਸ ਦੌਰਾਨ। ਮੈਮ ਤੁਹਾਨੂੰ ਖੇਲਾਂ ਵਿੱਚ ਵੀ ਇੰਟਰਸਟ ਹੈ ਤੇ ਸਾਨੂੰ ਦੱਸੋ ਤੁਹਾਡੇ ਖੇਲਾਂ, ਮਤਲਬ ਤੁਹਾਨੂੰ ਕਿਹੜੀ ਖੇਲ ਸਭ ਤੋਂ ਅੱਛੀ ਲੱਗਦੀ ਸੀ? ਤੁਸੀਂ ਕੀ ਖੇਡਦੇ ਸੀ ਛੋਟੇ ਹੁੰਦੇ ਹੋਏ? ਜਦੋਂ ਬਹੁਤ ਛੋਟੇ ਸੀਗੇ ਫਿਰ ਤਾਂ ਆਪਣੀ ਉਹੀ ਸਾਰੀ ਖੇਡਾਂ ਖੇਡਦੇ ਸੀਗੇ ਜੋ ਤੁਸੀਂ ਸਾਰੇ ਖੇਡਦੇ ਹੋਣੇ ਹੋ, ਜਿਵੇਂ ਪਾਸਿੰਗ ਦਾ ਪਾਸਲ, ਵਿਸਪਰਿੰਗ, ਉਹ ਜੋ ਆਪਸ ਵਿੱਚ ਫਰੈਂਡਸ ਵਿਸਪਰ ਕਰਦੇ ਹੁੰਦੇ ਹੈ, ਤੇ ਹੋਰ ਉਹ ਸਾਥ ਇਹ ਪੱਥਰ ਵਾਲਾ ਜਿਹੜਾ ਗੇਮ ਹੁੰਦਾ ਹੈ ਬਾਲ ਦੇ ਨਾਲ ਮਾਰਦੇ ਹੈਗੇ, ਡੌਗ ਇਨ ਦਾ ਬੋਨ, ਲੰਗੜੀ ਟਾਂਗ, ਸਾਰੇ ਗੇਮ ਖੇਡੇ ਹੋਏ ਨੇ, ਖੂਬ ਚੋਟਾਂ ਵੀ ਖਾਈਆਂ ਹੋਈਆਂ। ਮੈਮ ਤੁਸੀਂ ਕਿਸ ਤਰ੍ਹਾਂ ਆਈਏਐਸ ਆਫੀਸਰ ਬਣੇ ਤੇ ਸਾਨੂੰ ਵੀ ਕੁਝ ਡਿਟੇਲ ਵਿੱਚ ਦੱਸੋ। ਮੈਂ ਜਦੋਂ ਆਪਣਾ 12th ਕਰ ਲਿਆ ਸੀਗਾ ਤੇ ਸਾਇੰਸ ਲਈ ਸੀਗੀ ਮੈਨੇ ਔਰ ਬਹੁਤ ਹੀ ਉਮਦਾ ਨੰਬਰ ਆਏ ਸੀਗੇ ਔਰ ਮੇਰੇ ਪੇਰੈਂਟਸ ਨੇ ਮੈਨੂੰ ਵਿਸ਼ਵਾਸ ਦਿਲਾਇਆ ਕਿ ਹੁਣ ਤਿਆਰੀ ਦਾ ਟਾਈਮ ਸ਼ੁਰੂ ਹੋ ਚੁੱਕਿਆ ਸੀਗਾ, ਕਿਉਂਕਿ ਐਕਚੁਅਲੀ ਜਦੋਂ ਵੀ ਆਈਐਸ ਦੇ ਵਿੱਚ ਆਣਾ ਹੁੰਦਾ ਹੈ ਬੀਏ ਤੋਂ ਹੀ ਸ਼ੁਰੂ ਪੜ੍ਹਾਈ ਕਰਨੀ ਹੁੰਦੀ ਹੈ। ਤੇ ਬੀਏ ਮੈਨੇ ਆਪਣਾ ਲੇਡੀ ਸ਼੍ਰੀ ਰਾਮ ਕਾਲਜ ਦਿੱਲੀ ਦੇ ਵਿੱਚੋਂ ਕੀਤਾ ਔਰ ਸਾਈਕੋਲੋਜੀ ਆਨਰਸ ਦੇ ਵਿੱਚ ਕੀਤਾ ਔਰ ਉੱਥੇ ਵੀ ਮੈਨੂੰ ਫਰਸਟ ਰੈਂਕ ਯੂਨੀਵਰਸਿਟੀ ਦੇ ਵਿੱਚ ਮੈਨੇ ਪ੍ਰਾਪਤ ਕੀਤੀ 3 ਸਾਲ ਦੇ ਵਿੱਚ। ਲੇਕਿਨ ਉਸ ਤੋਂ ਬਾਅਦ मैंने अपना सब्जेक्ट स्विच ओवर करके फिर सोशियोलॉजी कर लिया एमए ਦੇ ਵਿੱਚ, क्योंकि ਮੈਨੂੰ ਦੱਸਿਆ ਗਿਆ ਸੀਗਾ ਕਿ 2 ਸਬਜੈਕਟ ਲੈਣੇ ਹੁੰਦੇ ਆ ਆਈਐਸ ਦੇ ਪੇਪਰ ਦੇ ਵਿੱਚ ਤੇ ਮੇਰਾ ਇੱਕ ਸਾਈਕੋਲੋਜੀ ਸਬਜੈਕਟ ਤਿਆਰ ਹੀ ਸੀਗਾ। ਮੈਂ ਕਿਹਾ ਕਿ ਜੇ ਮੈਂ ਸੋਸ਼ੀਓਲੋਜੀ ਐਮਏ ਦੇ ਵਿੱਚ ਲੈ ਲੂੰਗੀ ਤਾਂ ਮੈਨੂੰ 2 ਸਬਜੈਕਟ ਮਿਲ ਜਾਣਗੇ। ਤੇ ਮਾਸਟਰਸ ਫਿਰ ਮੈंने ਆਪਣਾ ਦਿੱਲੀ ਸਕੂਲ ਆਫ ਇਕਨੋਮਿਕਸ ਸੋਸ਼ੀਓਲੋਜੀ ਦੇ ਵਿੱਚ ਕੀਤਾ ਤੇ ਫਿਰ ਮੇਰੀ ਤਿਆਰੀ ਸਾਈਕੋਲੋਜੀ ਤੇ ਸੋਸ਼ੀਓਲੋਜੀ ਦੋਨੋਂ ਪੇਪਰਸ ਦੀ ਚੰਗੀ ਹੋ ਗਈ ਸੀਗੀ। ਉਸ ਤੋਂ ਬਾਅਦ ਕਿਉਂਕਿ ਹਮੇਸ਼ਾ ਉਸ ਵੇਲੇ ਬੜਾ ਰੁਝਾਨ ਵਧ ਹੀ ਰਿਹਾ ਸੀਗਾ ਟੁਵਰਡਸ ਪ੍ਰਾਈਵੇਟ ਸੈਕਟਰ ਔਰ ਐਮਐਨਸੀਜ਼ ਦਾ, ਕੁਝ ਟਾਈਮ ਲਈ ਮੈਂ ਬ੍ਰਿਟਿਸ਼ 에ਅਰਵੇਜ਼ ਦੇ ਵਿੱਚ ਵੀ ਨੌਕਰੀ ਕਰਕੇ ਦੇਖੀ ਕਿ ਹੋ ਸਕਦਾ ਹੈ ਕਿ ਮੈਨੂੰ ਪ੍ਰਾਈਵੇਟ ਸੈਕਟਰ ਜ਼ਿਆਦਾ ਚੰਗਾ ਲੱਗੇ, ਲੇਕਿਨ ਮੈਨੂੰ ਸਮਝ ਆ ਗਿਆ ਜਦੋਂ ਮੈਂ ਉੱਥੇ ਨੌਕਰੀ ਕੀਤੀ ਕਿ ਮੇਰਾ ਰੁਝਾਨ ਸਿਰਫ ਸਿਵਲ ਸਰਵਿਸਿਜ਼ ਵਾਲੀ ਸੀਗਾ ਤੇ ਇਸ ਦੇ ਨਾਲ ਮੈਨੂੰ ਡਬਲ ਇੰਪੀਟਸ ਮਿਲਾ। ਮੈਂ ਹੋਰ ਮਿਹਨਤ ਕਰਕੇ ਪੜ੍ਹਾਈ ਕੀਤੀ ਔਰ ਆਈਐਸ ਦੇ ਵਿੱਚ 24th ਰੈਂਕ ਮੈਨੇ ਪ੍ਰਾਪਤ ਕੀਤੀ, ਜਿਸ ਦੇ ਨਾਲ ਫਿਰ ਮੈਨੂੰ ਕਾਡਰ ਅਲੋਟ ਹੋਇਆ ਸੀਗਾ ਕਰਨਾਟਕਾ